ਆਪਾਂ ਅਕਸਰ ਆਪਣੇ ਆਲੇ ਦੁਆਲੇ ਅਨੇਕਾਂ ਹੀ ਅਣਹੋਣੀ ਘਟਨਾਵਾਂ ਬਾਰੇ ਸੁਣਦੇ ਰਹਿੰਦੇ ਹਾਂ, ਜਿਨ੍ਹਾਂ ਤੇ ਯਕੀਨ ਕਰਨਾ ਮੁਸ਼ਕਿਲ ਜਿਹਾ ਲੱਗਦਾ ਹੈ। ਪਰ ਜੇਕਰ ਉਹਨਾਂ ਚਮਤਕਾਰਾਂ ਦੇ ਉੱਤੇ ਖੁਦ ਵਿਗਿਆਨ ਹੀ ਮੋਹਰ ਲਗਾ ਦੇਵੇ ਤਾਂ ਆਪਾਂ ਉਸ ਨੂੰ ਅੱਖਾਂ ਬੰਦ ਕਰਕੇ ਮੰਨ ਲਵਾਂਗੇ। ਤੇ ਅਜਿਹਾ ਇੱਕ ਅਨੋਖਾ ਚਮਤਕਾਰ ਹਜੂਰ ਸਾਹਿਬ ਦੇ ਵਿੱਚ ਹੋਇਆ, ਜਿਸ ਨੇ ਨਾਸਾ ਦੇ ਵਿਗਿਆਨੀਆਂ ਨੂੰ ਵੀ ਜੈਕਾਰੇ ਲਗਾਉਣ ਦੇ ਲਈ ਮਜਬੂਰ ਕਰ ਦਿੱਤਾ। ਆਪਾਂ ਅਕਸਰ ਹੀ ਹਜੂਰ ਸਾਹਿਬ ਦੇ ਬਾਰੇ ਅਨੇਕਾਂ ਹੀ ਚਮਤਕਾਰ ਸੁਣੇ ਹੋਣਗੇ, ਜਿੱਥੇ ਬਹੁਤੀ ਵਾਰ ਗੁਰੂ ਸਾਹਿਬ ਦੇ ਦਰਸ਼ਨ ਦੇਣ ਦੀ ਗੱਲਾਂ ਸਾਹਮਣੇ ਆਉਂਦੀਆਂ ਨੇ। ਸੱਚਖੰਡ ਸਾਹਿਬ ਦੇ ਨਾਲ ਜੁੜੇ ਅਨੇਕਾਂ ਹੀ ਕਿੱਸੇ ਸਮੇਂ-ਸਮੇਂ 'ਤੇ ਆਉਂਦੇ ਰਹਿੰਦੇ ਨੇ ਕਿ ਗੁਰੂ ਸਾਹਿਬ ਦੇ ਲਈ ਰੱਖੀ ਗਈ ਦਾਤਣ ਅਤੇ ਪਾਣੀ ਸਵੇਰੇ ਦੇਖਣ 'ਤੇ ਵਰਤੇ ਹੋਏ ਮਿਲਦੇ ਨੇ, ਤੇ ਕਦੀ ਲੰਗਰ ਸਾਹਿਬ ਦੇ ਵਿੱਚ ਅਜਿਹੇ ਟਰੱਕ ਅਨਾਜ ਦੇ ਭਰੇ ਮਿਲ ਜਾਂਦੇ ਨੇ ਜਿਨ੍ਹਾਂ ਟਰੱਕਾਂ ਨੂੰ ਕਿਸੇ ਕੰਪਨੀ ਨੇ ਕਦੀ ਤਿਆਰ ਤੱਕ ਨਹੀਂ ਕੀਤਾ ਹੁੰਦਾ। ਇਸੇ ਤਰ੍ਹਾਂ ਨਾਸਾ ਦੇ ਵਿੱਚ ਕੰਮ ਕਰਨ ਵਾਲੇ ਦੋ ਵਿਗਿਆਨੀ ਅਜਿਹੀਆਂ ਖਬਰਾਂ ਦੇ ਉੱਤੇ ਨਜ਼ਰ ਰੱਖੀ ਬੈਠੇ ਸੀ। ਉਹਨਾਂ ਦੋਨੇ ਵਿਗਿਆਨੀਆਂ ਨੇ ਇੱਕ ਭਾਰਤੀ ਵਿਗਿਆਨੀ ਨੂੰ ਨਾਲ ਲੈ ਕੇ ਹਜੂਰ ਸਾਹਿਬ ਜਾ ਕੇ ਇਹਨਾਂ ਗੱਲਾਂ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ। ਸੋ ਇਸ ਦੁਨੀਆ ਤੇ ਬ੍ਰਹਿਮੰਡ ਦੇ ਚਮਤਕਾਰਾਂ ਬਾਰੇ ਪਤਾ ਕਰਨ ਵਾਸਤੇ ਉਹ ਵਿਗਿਆਨੀ, ਜਿਨ੍ਹਾਂ ਦਾ ਨਾਮ ਮਾਰਕ ਵਿਨਸ ਅਤੇ ਕੌਲੀ ਰੇ ਤੇ ਤੀਸਰਾ ਭਾਰਤੀ ਵਿਗਿਆਨੀ ਰਾਮ ਮਈਰ ਦੇ ਨਾਲ ਹਜੂਰ ਸਾਹਿਬ ਪਹੁੰਚੇ। ਇੱਥੇ ਪਹੁੰਚ ਕੇ ਉਹਨਾਂ ਨੇ ਹਜੂਰ ਸਾਹਿਬ ਸੱਚਖੰਡ ਦੇ ਦੁਆਲੇ ਬਣੀਆਂ ਸਰਾਵਾਂ ਦੇ ਵਿੱਚ ਕਮਰਾ ਲਿਆ ਤੇ 2-3 ਦਿਨ ਇੱਥੇ ਰੁਕ ਕੇ ਹਜੂਰ ਸਾਹਿਬ ਦੇ ਹਰ ਇੱਕ ਇਲਾਕੇ ਨੂੰ ਦੇਖਿਆ ਤੇ ਉਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇੱਥੋਂ ਤੱਕ ਉਹ ਅੰਮ੍ਰਿਤ ਵੇਲੇ ਗਾਗਰ ਦੀ ਸੇਵਾ ਦੇ ਵਿੱਚ ਵੀ ਸ਼ਾਮਿਲ ਹੋਏ ਤੇ ਉਸ ਅੱਖਾਂ ਤੋਂ ਹਿੜੇ ਕੁੱਕਰ ਬਾਰੇ ਵੀ ਸਭ ਕੁਝ ਦੇਖਿਆ। ਪਰ ਉਹਨਾਂ ਨੂੰ ਕਾਫੀ ਦਿਨਾਂ ਦੀ ਖੋਜ ਤੋਂ ਬਾਅਦ ਕੁਝ ਵੀ ਨਹੀਂ ਮਿਲਿਆ। ਜੋ ਉਹ ਚਾਹ ਰਹੇ ਸੀ ਅਜਿਹਾ ਕੁਝ ਵੀ ਉਹਨਾਂ ਦੇ ਸਾਹਮਣੇ ਨਹੀਂ ਆਇਆ। ਸੋ ਉਹਨਾਂ ਵਿਗਿਆਨੀਆਂ ਨੇ 2 ਦਿਨ ਬਾਅਦ ਹਜੂਰ ਸਾਹਿਬ ਤੋਂ ਵਾਪਸ ਚਲੇ ਜਾਣਾ ਸੀ। ਸੋ ਇੱਕ ਦਿਨ ਘੁੰਮਦੇ ਉਹਨਾਂ ਵਿਗਿਆਨੀਆਂ ਦੇ ਵਿੱਚੋਂ ਇੱਕ ਵਿਗਿਆਨੀ, ਜਿਸ ਦਾ ਨਾਮ ਮਾਰਕ ਵਿਨ ਸੀ, ਅਚਾਨਕ ਕਿਤੇ ਗਾਇਬ ਹੋ ਗਿਆ। ਕੁਝ ਕੁ ਸਮਾਂ ਤਾਂ ਉਸਦੇ ਸਾਥੀਆਂ ਨੂੰ ਨਾਰਮਲ ਜਿਹਾ ਲੱਗਿਆ ਕਿ ਕਿਤੇ ਬਾਜ਼ਾਰ ਚਲਿਆ ਗਿਆ ਹੋਵੇਗਾ, ਪਰ ਕਾਫੀ ਸਮਾਂ ਹੋਣ ਤੋਂ ਬਾਅਦ ਵੀ ਜਦੋਂ ਵਾਪਸ ਨਾ ਆਇਆ ਤੇ ਨਾ ਹੀ ਉਸਦਾ ਫੋਨ ਲੱਗਿਆ ਤਾਂ ਉਸਦੇ ਸਾਥੀਆਂ ਨੂੰ ਪਰੇਸ਼ਾਨੀ ਹੋਣ ਲੱਗੀ। ਹੁਣ ਮਾਰਕ ਨੂੰ ਗਾਇਬ ਹੋਏ 12 ਘੰਟੇ ਤੋਂ ਉੱਪਰ ਹੋ ਚੁੱਕਿਆ ਸੀ ਤੇ ਬਾਅਦ ਵਿੱਚ ਉਹਨਾਂ ਨੇ ਗੁਰਦੁਆਰਾ ਕਮੇਟੀ ਨੂੰ ਇਨਫੋਰਮ ਕੀਤਾ ਕਿ ਸਾਡਾ ਇੱਕ ਸਾਥੀ ਗਾਇਬ ਹੋ ਚੁੱਕਿਆ ਹੈ। ਜਿਸ ਤੋਂ ਬਾਅਦ ਉਸ ਦੀ ਭਾਲ ਸ਼ੁਰੂ ਕੀਤੀ ਗਈ, ਪਰ ਉਹ ਪੂਰੀ ਰਾਤ ਮਾਰਕ ਵਿਨ ਕਿਤੇ ਨਹੀਂ ਮਿਲਿਆ। ਇਸੇ ਤਰ੍ਹਾਂ ਅਗਲੇ ਦਿਨ ਪੁਲਿਸ ਨੂੰ ਵੀ ਇਨਫੋਰਮ ਕੀਤਾ ਗਿਆ ਤੇ ਅਗਲੇ ਦਿਨ ਵੀ ਮਾਰਕ ਨੂੰ ਖੋਜਿਆ ਗਿਆ, ਪਰ 2 ਦਿਨਾਂ ਤੱਕ ਮਾਰਕ ਕਿਤੇ ਵੀ ਨਹੀਂ ਮਿਲਿਆ। ਤੇ ਤੀਸਰੇ ਦਿਨ ਸਵੇਰੇ ਕਿਸੇ ਨੇ ਖਬਰ ਦਿੱਤੀ ਕਿ ਮਾਰਕ ਲੰਗਰ ਸਾਹਿਬ ਤੋਂ ਅੱਗੇ ਨਦੀ ਦੇ ਨਾਲ ਲੱਗਦੇ ਜੰਗਲ ਦੇ ਵਿੱਚ ਬੈਠਿਆ ਹੋਇਆ ਹੈ। ਜਦੋਂ ਉਹ ਜੰਗਲ ਵਾਲੀ ਜਗ੍ਹਾ ਤੇ ਪਹੁੰਚੇ ਤੇ ਜਾ ਕੇ ਦੇਖਿਆ ਤਾਂ ਮਾਰਕ ਉੱਥੇ ਚੌਂਕੜੀ ਮਾਰ ਕੇ ਅੱਖਾਂ ਬੰਦ ਕਰਕੇ ਆਰਾਮ ਦੇ ਨਾਲ ਬੈਠਿਆ ਹੋਇਆ ਸੀ। ਜਦੋਂ ਕੌਲੀ ਨੇ ਉਸ ਨੂੰ ਜਾ ਕੇ ਹਿਲਾਇਆ ਤਾਂ ਉਹ ਇੱਕਦਮ ਡਰ ਕੇ ਉੱਠਿਆ। ਉਸ ਦਾ ਸਾਥੀ ਕੌਲੀ ਰੇ ਉਸ ਨੂੰ ਗੁੱਸੇ ਦੇ ਵਿੱਚ ਕਹਿਣ ਲੱਗਿਆ ਕਿ ਤੂੰ ਬਿਨਾਂ ਦੱਸੇ ਕਿੱਥੇ ਚਲਿਆ ਗਿਆ ਸੀ, ਆਪਾਂ ਸਾਰੇ ਪਰੇਸ਼ਾਨ ਹੋ ਰਹੇ ਸੀ। ਪਰ ਮਾਰਕ ਇਸ ਤਰ੍ਹਾਂ ਬਿਹੇਵ ਕਰ ਰਿਹਾ ਸੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਮਾਰਕ ਨੇ ਕਿਹਾ ਕਿ ਮੈਂ ਕਿੱਥੇ ਗਿਆ ਸੀ, ਹੁਣੀ ਅੱਧਾ ਘੰਟਾ ਪਹਿਲਾਂ ਤਾਂ ਮੈਂ ਤੁਹਾਡੇ ਕੋਲ ਹੋ ਕੇ ਗਿਆ ਹਾਂ। ਕੌਲੀ ਨੇ ਕਿਹਾ ਕਿ ਮਾਰਕ ਤੋਂ ਪਿਛਲੇ 2 ਦਿਨਾਂ ਤੋਂ ਗਾਇਬ ਹੈ ਤੇ ਤੇਰੀ ਭਾਲ ਚੱਲ ਰਹੀ ਹੈ। ਉਸ ਦੀ ਇਹ ਗੱਲ ਸੁਣ ਕੇ ਮਾਰਕ ਬਹੁਤ ਹੈਰਾਨ ਹੋਇਆ ਤੇ ਕਹਿਣ ਲੱਗਿਆ ਕਿ ਇੰਜ ਕਿਵੇਂ ਹੋ ਸਕਦਾ ਹੈ, ਪਿਛਲੇ 2 ਦਿਨਾਂ ਤੋਂ ਮੈਂ ਇਸ ਜੰਗਲ ਦੇ ਵਿੱਚ ਬੈਠਾ ਹਾਂ, ਇਹ ਕਿਵੇਂ ਹੋ ਸਕਦਾ ਹੈ। ਰਾਮ ਮਈਰ ਨੇ ਪੁੱਛਿਆ ਕਿ ਤੁਸੀਂ ਇੱਥੇ ਜੰਗਲ ਦੇ ਵਿੱਚ ਕਿਵੇਂ ਪਹੁੰਚੇ ਤਾਂ ਮਾਰਕ ਨੇ ਦੱਸਿਆ ਕਿ ਮੈਂ ਬਾਜ਼ਾਰ ਦੇ ਵਿੱਚ ਕੁਝ ਖਰੀਦਣ ਵਾਸਤੇ ਆਇਆ ਸੀ ਤਾਂ ਇੱਕ ਆਦਮੀ ਦੇ ਕੋਲੋਂ ਮੈਂ ਇੱਥੇ ਦੇ ਕੌਤਕਾਂ ਬਾਰੇ ਪੁੱਛਗਿੱਛ ਕਰਨ ਲੱਗਿਆ ਤਾਂ ਉਸ ਆਦਮੀ ਨੇ ਮੈਨੂੰ ਇੱਕ ਕਮਰੇ ਦੇ ਵੱਲ ਇਸ਼ਾਰਾ ਕਰਕੇ ਭੇਜ ਦਿੱਤਾ। ਜਦੋਂ ਮੈਂ ਉਹ ਕਮਰੇ ਦੇ ਵਿੱਚ ਗਿਆ ਤਾਂ ਕਮਰਾ ਖੋਲ੍ਹਦੇ ਸਾਰ ਹੀ ਇੱਕ ਰੌਸ਼ਨੀ ਨੇ ਮੈਨੂੰ ਅੰਨਾ ਜਿਹਾ ਕਰ ਦਿੱਤਾ ਤੇ ਜਦੋਂ ਮੈਂ ਉਸ ਕਮਰੇ ਦੇ ਵਿੱਚ ਵੜਿਆ ਤਾਂ ਸਾਰੇ ਪਾਸੇ ਸੋਨਾ ਹੀ ਸੋਨਾ ਸੀ। ਹੌਲੀ ਜਿਵੇਂ ਮੈਂ ਉਸ ਕਮਰੇ ਦੀ ਗਹਿਰਾਈ ਦੇ ਵਿੱਚ ਜਾਂਦਾ ਰਿਹਾ ਤਾਂ ਫਿਰ ਅੱਗੇ ਜਾ ਕੇ ਮੈਨੂੰ ਉੱਥੇ ਬਹੁਤ ਵੱਡਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਮਿਲਿਆ। ਮਾਰਕ ਨੇ ਕਿਹਾ ਕਿ ਜਿੰਨਾ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਉਸ ਤੋਂ ਵੀ ਵੱਡਾ ਪ੍ਰਕਾਸ਼ ਉੱਥੇ ਕੀਤਾ ਗਿਆ ਸੀ ਤੇ ਬਹੁਤ ਸਾਰੇ ਲੋਕ ਅੱਖਾਂ ਬੰਦ ਕਰੀ ਉਸ ਦੇ ਸਾਹਮਣੇ ਬੈਠੇ ਹੋਏ ਸੀ। ਅਜਿਹਾ ਕੁਝ ਦੇਖ ਕੇ ਮੈਂ ਬਹੁਤ ਹੈਰਾਨ ਹੋ ਗਿਆ। ਬਾਅਦ ਵਿੱਚ ਮੈਨੂੰ ਉੱਥੇ ਇੱਕ ਮਨ ਨੂੰ ਸਕੂਨ ਦੇਣ ਵਾਲੀ ਧੁਨ ਸੁਣਾਈ ਦਿੱਤੀ। ਉਹ ਧੁਨ ਇੰਨੀ ਮਨ ਨੂੰ ਸਕੂਨ ਦੇਣ ਵਾਲੀ ਸੀ ਕਿ ਮੈਂ ਉੱਥੇ ਹੀ ਜਗ੍ਹਾ ਦੇਖ ਕੇ ਬੈਠ ਗਿਆ ਤੇ ਉਸ ਧੁਨ ਦੇ ਵਿੱਚ ਲੀਨ ਹੋ ਗਿਆ। ਮੈਂ ਉਸ ਧੁਨ ਦੇ ਵਿੱਚ ਲੀਨ ਹੋਇਆ ਹੀ ਸੀ ਕਿ ਤੁਸੀਂ ਮੈਨੂੰ ਆ ਕੇ ਉਠਾ ਦਿੱਤਾ। ਮਾਰਕ ਦੀਆਂ ਗੱਲਾਂ ਉੱਥੇ ਖੜੇ ਹਰ ਇੱਕ ਵਿਅਕਤੀ ਨੂੰ ਹੈਰਾਨ ਕਰ ਰਹੀਆਂ ਸੀ। ਰਾਮ ਮਈਰ ਕਹਿਣ ਲੱਗਿਆ ਕਿ ਤੂੰ ਪੱਕਾ ਇੱਥੇ ਬੇਹੋਸ਼ ਹੋ ਕੇ ਡਿੱਗ ਗਿਆ ਸੀ ਤੇ ਜਿਸ ਤੋਂ ਬਾਅਦ ਤੈਨੂੰ ਅਜਿਹਾ ਸੁਪਨਾ ਆਇਆ ਹੋਵੇਗਾ। ਮਾਰਕ ਨੇ ਝੱਟ ਹੀ ਕਿਹਾ ਕਿ ਰਾਮ ਮਈਰ, ਤੇਰੀ ਮਾਂ ਵੀ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਬੈਠੀ ਹੋਈ ਸੀ। ਰਾਮ ਮਈਰ ਨੇ ਕਿਹਾ ਕਿ ਮੇਰੀ ਮਾਂ ਦਾ ਸਿੱਖ ਧਰਮ ਦੇ ਨਾਲ ਕੋਈ ਵੀ ਸੰਬੰਧ ਨਹੀਂ ਰੱਖਦੀ ਤੇ ਨਾਲੇ ਉਹ ਤਾਂ ਇਸ ਸਮੇਂ ਅਮਰੀਕਾ ਦੇ ਵਿੱਚ ਹੈ। ਗੱਲ ਖਤਮ ਕਰਕੇ ਉਹ ਵਾਪਸ ਆਪਣੇ ਕਮਰੇ ਦੇ ਵਿੱਚ ਆ ਗਏ। 2 ਘੰਟੇ ਬਾਅਦ ਰਾਮ ਮਈਰ ਨੂੰ ਫੋਨ ਆਇਆ ਤੇ ਉਸ ਨੂੰ ਖਬਰ ਮਿਲੀ ਕਿ ਪਿਛਲੀ ਰਾਤ ਉਸ ਦੀ ਮਾਂ ਦਾ ਦੇਹਾਂਤ ਹੋ ਗਿਆ ਤੇ ਇਸ ਖਬਰ ਨੇ ਤਿੰਨੇ ਵਿਗਿਆਨੀਆਂ ਨੂੰ ਹੈਰਾਨ ਕਰ ਦਿੱਤਾ। ਹੁਣ ਤੱਕ ਉਹ ਤਿੰਨੇ ਵਿਗਿਆਨੀ ਬਹੁਤ ਕੁਝ ਸਮਝ ਚੁੱਕੇ ਸੀ। ਅਗਲੇ ਹੀ ਦਿਨ ਉਹ ਉੱਥੋਂ ਵਾਪਸ ਆ ਗਏ ਤੇ ਆਖਿਰ ਹਜੂਰ ਸਾਹਿਬ ਦੇ ਚਮਤਕਾਰਾਂ ਨੂੰ ਨਾ ਚਾਹੁੰਦੇ ਹੋਏ ਵੀ ਮੰਨਣਾ ਪਿਆ। ਹੁਣ ਉਹਨਾਂ ਤਿੰਨਾਂ ਵਿਗਿਆਨੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਹੈ। ਮਾਰਕ ਵਿਨ ਦਾ ਕਹਿਣਾ ਹੈ ਕਿ ਮੈਂ ਹਾਲੇ ਤੱਕ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ 30 ਅੰਗਾਂ ਦਾ ਅਭਿਆਸ ਕੀਤਾ ਹੈ
ਤੇ ਮੈਂ ਇਸ ਨਤੀਜੇ ਤੇ ਪਹੁੰਚਿਆ ਹਾਂ ਕਿ ਜੋ ਕੁਝ ਵੀ ਹੋ ਰਿਹਾ ਹੈ ਉਹ ਵਾਹਿਗੁਰੂ ਨਾਮ ਦੀ ਧੁਨ ਹੀ ਹੈ। ਉਹੀ ਸੱਚ ਹੈ ਤੇ ਉਹੀ ਚਮਤਕਾਰ ਹੈ ਤੇ ਉਸ ਦੇ ਵਿੱਚ ਹੀ ਸਾਰੀ ਸਾਇੰਸ ਛੁਪੀ ਹੋਈ ਹੈ। ਉਸ ਦਿਨ ਜੋ ਹਜੂਰ ਸਾਹਿਬ ਦੇ ਵਿੱਚ ਹੋਇਆ ਉਹ ਕੋਈ ਸੁਪਨਾ ਨਹੀਂ ਸੀ ਤੇ ਨਾ ਹੀ ਕੋਈ ਚਮਤਕਾਰ, ਸਗੋਂ ਪਰਮਾਤਮਾ ਨੇ ਮੈਨੂੰ ਮੇਰਾ ਅੰਦਰ ਦਿਖਾਇਆ ਸੀ, ਜੋ ਕਿ ਅੰਦਰ ਦੀ ਧੁਨ ਸਾਨੂੰ ਪਰਮਾਤਮਾ ਦੇ ਨਾਲ ਮਿਲਾਉਂਦੀ ਹੈ। ਪਰਮਾਤਮਾ ਤੇ ਚਮਤਕਾਰ ਕਿਤੇ ਬਾਹਰ ਨਹੀਂ, ਸਗੋਂ ਸਾਡੇ ਅੰਦਰ ਹੀ ਹੈ। ਗੁਰੂ ਸਾਹਿਬ ਨੇ ਸਾਨੂੰ ਉਸ ਦਿਨ ਉਹੀ ਦਿਖਾਇਆ ਸੀ।